ਸਤਿ ਸ਼੍ਰੀ ਅਕਾਲ ਜੀ। ਜੀਕੇ ਪੰਜਾਬੀ ਕਹਾਣੀਆਂ ਚੈਨਲ ਤੇ ਲੈ ਕੇ ਆਏ ਜੀ ਇੱਕ ਹੋਰ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਵਧੀਆ ਨਵੀਂ ਕਹਾਣੀ। ਉਮੀਦ ਹੈ ਤੁਹਾਨੂੰ ਇਹ ਵੀ ਜ਼ਰੂਰ ਪਸੰਦ ਆਵੇਗੀ। ਨੰਦਨੀ ਤੇ ਵਿਸ਼ਾਲ ਦਾ ਵਿਆਹ ਬਹੁਤ ਧੂਮ-ਧਾਮ ਨਾਲ ਹੋਇਆ। ਨੰਦਨੀ ਵਿਸ਼ਾਲ ਦੇ ਘਰ ਜਦ ਦੁਲਹਨ ਬਣ ਕੇ ਆਈ, ਜੋ ਕਿ ਇੱਕ ਲਾਲ ਰੰਗ ਦੇ ਪਹਿਰਾਵੇ ਵਿੱਚ ਉਸਦੇ ਲਹਿੰਗਾ ਪਾਇਆ ਸੀ, ਉਸ ਵਿੱਚ ਉਹ ਕਿਸੇ ਪਰੀ ਤੋਂ ਘੱਟ ਨਹੀਂ ਸੀ ਲੱਗ ਰਹੀ। ਉਹ ਬਹੁਤ ਹੀ ਜ਼ਿਆਦਾ ਖੂਬਸੂਰਤ ਲੱਗ ਰਹੀ ਸੀ। ਵਿਸ਼ਾਲ ਦੇ ਦੋਸਤ ਉਸ ਦੀ ਤਾਰੀਫ ਕਰ ਰਹੇ ਸਨ ਅਤੇ ਮਜ਼ਾਕ ਵਿੱਚ ਵਿਸ਼ਾਲ ਨੂੰ ਕਹਿ ਰਹੇ ਸਨ ਕਿ ਵਿਸ਼ਾਲ, ਤੇਰੀ ਪਤਨੀ ਨੰਦਨੀ ਬਹੁਤ ਖੂਬਸੂਰਤ ਹੈ। ਨਵੀਂ ਵਿਆਹੀ ਨੰਦਨੀ ਆਪਣੇ ਕਮਰੇ ਵਿੱਚ ਬੈਠੀ ਆਪਣੀ ਤਾਰੀਫ ਸੁਣ ਕੇ ਖੁਸ਼ ਹੋ ਕੇ ਮੁਸਕਰਾ ਰਹੀ ਸੀ। ਥੋੜੇ ਹੀ ਸਮੇਂ ਵਿੱਚ ਸ਼ਾਮ ਹੋਣ ਵਾਲੀ ਸੀ। ਜਿਵੇਂ ਜਿਵੇਂ ਸ਼ਾਮ ਹੋ ਰਹੀ ਸੀ, ਨੰਦਨੀ ਦੇ ਦਿਲ ਦੀ ਧੜਕਣ ਵੱਧਦੀ ਜਾ ਰਹੀ ਸੀ। ਇੰਨੇ ਨੂੰ ਉਸਦੀ ਛੋਟੀ ਨਣਦ ਉਸ ਲਈ ਖਾਣਾ ਲਿਆਈ ਅਤੇ ਮੁਸਕਰਾ ਕੇ ਕਿਹਾ, ਭਾਬੀ ਜਲਦੀ ਖਾਣਾ ਖਾ ਲੈ, ਨਹੀਂ ਤਾਂ ਵੀਰ ਆ ਜਾਵੇਗਾ। ਤੁਹਾਨੂੰ ਉਹਦੇ ਨਾਲ ਗੱਲ ਕਰਦੇ ਹੋਏ ਤੁਹਾਡੇ ਤੋਂ ਖਾਣਾ ਨਹੀਂ ਖਾਧਾ ਜਾਣਾ। ਨੰਦਨੀ ਨੇ ਨੀਵੀਂ ਜਿਹੀ ਆਵਾਜ਼ ਵਿੱਚ ਪੁੱਛਿਆ, ਪਰ ਤੇਰਾ ਭਰਾ ਉਹ ਕਦੋਂ ਖਾਵੇਗਾ? ਸਪਨਾ ਨੇ ਕਿਹਾ, ਭਾਬੀ ਭਰਾ ਨੇ ਕਿਹਾ ਹੈ ਕਿ ਉਹ ਬਾਅਦ ਵਿੱਚ ਖਾਣਾ ਖਾ ਲੈਣਗੇ, ਇਸ ਲਈ ਅਸੀਂ ਸੋਚਿਆ ਕਿ ਤੁਹਾਨੂੰ ਭੁੱਖ ਲੱਗੀ ਹੋਵੇਗੀ, ਇਸ ਲਈ ਮੈਂ ਤੁਹਾਡੇ ਲਈ ਖਾਣਾ ਲੈ ਕੇ ਆਈ ਹਾਂ। ਇਹ ਕਹਿ ਕੇ ਸਪਨਾ ਹੱਸਦੀ ਹੋਈ ਕਮਰੇ ਤੋਂ ਬਾਹਰ ਚਲੀ ਗਈ। ਨੰਦਨੀ ਆਪਣੀ ਸਪਨਾ ਨੂੰ ਬਹੁਤ ਪਸੰਦ ਕਰਦੀ ਸੀ। ਸਪਨਾ ਨੂੰ ਦੇਖ ਕੇ ਉਹ ਸੋਚਣ ਲੱਗੀ ਕਿ ਚਲੋ, ਇੱਕ ਨਨਾਣ ਦੇ ਰੂਪ ਵਿੱਚ ਉਸਨੂੰ ਇੱਕ ਭੈਣ ਮਿਲ ਗਈ ਹੈ। ਅਜੇ ਉਹ ਆਪਣੀ ਛੋਟੀ ਨਨਾਣ ਬਾਰੇ ਸੋਚ ਹੀ ਰਹੀ ਸੀ ਕਿ ਕਮਰੇ ਦਾ ਗੇਟ ਖੁੱਲਣ ਦੀ ਆਵਾਜ਼ ਆਈ ਤੇ ਉਹ ਆਪਣੇ ਪਤੀ ਵਿਸ਼ਾਲ ਨੂੰ ਦੇਖ ਕੇ ਘਬਰਾ ਗਈ ਅਤੇ ਉਸਨੂੰ ਦੇਖ ਕੇ ਨੰਦਨੀ ਝੱਟ ਘਬਰਾ ਕੇ ਰੋਟੀ ਦੀ ਪਲੇਟ ਲੈ ਕੇ ਉੱਠੀ। ਵਿਸ਼ਾਲ ਨੇ ਕਿਹਾ, ਘਬਰਾਓ ਨਾ, ਤੁਸੀਂ ਆਪਣੀ ਰੋਟੀ ਖਾਓ। ਜਦੋਂ ਵਿਸ਼ਾਲ ਨੇ ਨੰਦਨੀ ਨੂੰ ਇਹ ਕਿਹਾ ਤਾਂ ਨੰਦਨੀ ਨੇ ਕਿਹਾ, ਤੁਸੀਂ ਖਾਣਾ ਖਾ ਲਿਆ? ਤਾਂ ਵਿਸ਼ਾਲ ਨੇ ਕਿਹਾ, ਹਾਂ ਮੈਂ ਖਾਣਾ ਖਾ ਲਿਆ ਆਪਣੇ ਦੋਸਤਾਂ ਦੇ ਨਾਲ, ਤੁਸੀਂ ਖਾਣਾ ਖਾ ਲਓ। ਤਾਂ ਨੰਦਨੀ ਖਾਣਾ ਖਾਣ ਲੱਗ ਪਈ। ਨੰਦਨੀ ਖਾਣਾ ਖਾਣ ਤੋਂ ਬਾਅਦ ਬੈੱਡ ਦੇ ਉੱਪਰ ਬੈਠ ਗਈ ਤਾਂ ਵਿਸ਼ਾਲ ਨੰਦਨੀ ਦੇ ਨੇੜੇ ਗਿਆ ਅਤੇ ਉਸਦਾ ਹੱਥ ਫੜ ਕੇ ਨੰਦਨੀ ਨੂੰ ਕਿਹਾ, ਮੈਂ ਤੁਹਾਨੂੰ ਕੁਝ ਕਹਿਣਾ ਚਾਹੁੰਦਾ ਹਾਂ, ਪਰ ਤੁਸੀਂ ਮੇਰੇ ਨਾਲ ਵਾਅਦਾ ਕਰਨਾ ਹੈ ਕਿ ਤੁਸੀਂ ਇਹ ਗੱਲ ਕਿਸੇ ਨੂੰ ਨਹੀਂ ਦੱਸਣੀ। ਪਹਿਲੀ ਰਾਤ ਵਿਸ਼ਾਲ ਦਾ ਨੰਦਨੀ ਨਾਲ ਇਸ ਤਰ੍ਹਾਂ ਗੱਲ ਕਰਨਾ ਅਤੇ ਉਸ ਨਾਲ ਵਾਅਦਾ ਕਰਨਾ ਨੰਦਨੀ ਨੂੰ ਥੋੜਾ ਅਜੀਬ ਲੱਗ ਰਿਹਾ ਸੀ। ਫਿਰ ਵੀ ਉਸਨੇ ਕਿਹਾ, ਠੀਕ ਹੈ, ਮੈਂ ਨਹੀਂ ਦੱਸਾਂਗੀ, ਪਰ ਗੱਲ ਕੀ ਹੈ? ਤਾਂ ਵਿਸ਼ਾਲ ਨੇ ਨੰਦਨੀ ਦਾ ਹੱਥ ਫੜ ਕੇ ਆਪਣੇ ਸਿਰ ਉੱਪਰ ਰੱਖਿਆ ਤੇ ਕਿਹਾ ਕਿ ਇਹ ਗੱਲ ਤੇਰੇ ਤੇ ਮੇਰੇ ਵਿਚਕਾਰ ਹੀ ਰਹੇਗੀ। ਨੰਦਨੀ ਨੇ ਕਿਹਾ, ਵਿਸ਼ਾਲ, ਮੈਂ ਤੁਹਾਡੀ ਪਤਨੀ ਹਾਂ, ਮੇਰੇ ਤੇ ਵਿਸ਼ਵਾਸ ਕਰੋ, ਮੈਂ ਕਿਸੇ ਨੂੰ ਨਹੀਂ ਦੱਸਾਂਗੀ। ਉਸ ਤੋਂ ਬਾਅਦ ਵਿਸ਼ਾਲ ਅਤੇ ਨੰਦਨੀ ਵਿਚਕਾਰ ਕੀ ਹੋਇਆ, ਕੀ ਗੱਲ ਹੋਈ, ਇਹ ਤਾਂ ਪਤਾ ਨਹੀਂ, ਪਰ ਉਹ ਗੱਲ ਬਸ ਉਹਨਾਂ ਦੋਨਾਂ ਵਿਚਕਾਰ ਇੱਕ ਕੰਧ ਬਣ ਗਈ ਸੀ। ਪਰ ਵਿਸ਼ਾਲ ਨੇ ਨੰਦਨੀ ਨੂੰ ਜੋ ਕਿਹਾ, ਉਹ ਸੁਣ ਕੇ ਨੰਦਨੀ ਦੀਆਂ ਅੱਖਾਂ ਵਿੱਚੋਂ ਹੰਝੂ ਵਗਣੇ ਸ਼ੁਰੂ ਹੋ ਗਏ। ਵਿਸ਼ਾਲ ਨੇ ਨੰਦਨੀ ਨੂੰ ਬਹੁਤ ਸਮਝਾਇਆ, ਪਰ ਨੰਦਨੀ ਦੇ ਹੰਝੂ ਨਹੀਂ ਸੀ ਰੁਕ ਰਹੇ, ਉਹ ਰੋਂਦੀ ਰਹੀ। ਥੋੜੀ ਦੇਰ ਬਾਅਦ ਨੰਦਨੀ ਅਤੇ ਵਿਸ਼ਾਲ ਇੱਕ ਪਿੱਠ ਕਰਕੇ ਸੌਂ ਗਏ। ਨਾ ਹੀ ਉਹਨਾਂ ਨੇ ਆਪਣੀ ਸੁਹਾਗ ਰਾਤ ਮਨਾਈ, ਨਾ ਹੀ ਉਹਨਾਂ ਨੇ ਇੱਕ ਦੂਜੇ ਨਾਲ ਕੋਈ ਗੱਲ ਕੀਤੀ। ਨੰਦਨੀ ਅਤੇ ਵਿਸ਼ਾਲ ਦੋਨੇ ਹੀ ਸਾਰੀ ਰਾਤ ਸੁੱਤੇ ਨਹੀਂ, ਦੋਵੇਂ ਬਸ ਰੋ ਰਹੇ ਸਨ। ਕੁਝ ਦੇਰ ਬਾਅਦ ਸਵੇਰ ਹੋ ਗਈ। ਸਵੇਰੇ ਨੰਦਨੀ ਬੈੱਡ ਤੋਂ ਉੱਠ ਕੇ ਬਾਥਰੂਮ ਵਿੱਚ ਨਹਾਉਣ ਲਈ ਜਾਣ ਲੱਗੀ ਤਾਂ ਵਿਸ਼ਾਲ ਨੇ ਨੰਦਨੀ ਦਾ ਹੱਥ ਫੜਿਆ ਅਤੇ ਕਿਹਾ, ਨੰਦਨੀ, ਮੈਂ ਤੈਨੂੰ ਕਿਹਾ ਸੀ ਕਿ ਤੂੰ ਕਿਸੇ ਨੂੰ ਇਹ ਗੱਲ ਨਹੀਂ ਦੱਸੇਂਗੀ, ਪਰ ਤੂੰ ਉਦਾਸ ਹੈ। ਨੰਦਨੀ ਨੂੰ ਵਿਸ਼ਾਲ ਦੇ ਬੋਲਾਂ ਨੇ ਚਾਹ ਵਿੱਚ ਹਿਲਾ ਦਿੱਤਾ। ਨੰਦਨੀ ਨਹਾ ਕੇ ਮੇਕਅਪ ਕਰਕੇ ਚੰਦ ਦਾ ਟੁਕੜਾ ਨਜ਼ਰ ਆ ਰਹੀ ਸੀ। ਹਰ ਕੋਈ ਉਸਨੂੰ ਦੇਖਦਾ ਹੀ ਰਹਿ ਗਿਆ, ਪਰ ਉਸਦੇ ਚਿਹਰੇ ਤੇ ਕੋਈ ਉਦਾਸੀ ਨਹੀਂ ਸੀ। ਉਸਨੂੰ ਦੇਖ ਕੇ ਲੱਗਦਾ ਨਹੀਂ ਸੀ ਕਿ ਉਹ ਸਾਰੀ ਰਾਤ ਰੋਂਦੀ ਰਹੀ ਸੀ। ਉਸਨੇ ਹੱਸ ਕੇ ਸਾਰੇ ਘਰ ਵਿੱਚ ਸਭ ਨਾਲ ਗੱਲ ਕੀਤੀ ਸੀ। ਉਸਨੂੰ ਆਪਣੀ ਛੋਟੀ ਨਨਾਣ ਸਪਨਾ ਬਹੁਤ ਪਸੰਦ ਸੀ। ਨੰਦਨੀ ਘਰ ਵਿੱਚ ਖੁਸ਼ ਰਹਿੰਦੀ ਸੀ ਤੇ ਵਧੀਆ ਮੇਕਅਪ ਕਰਕੇ ਰਹਿੰਦੀ ਸੀ। ਪਰ ਜਿਵੇਂ ਹੀ ਰਾਤ ਪੈ ਜਾਂਦੀ ਸੀ, ਜਦੋਂ ਉਹ ਵਿਸ਼ਾਲ ਦੇ ਨਾਲ ਕਮਰੇ ਵਿੱਚ ਸੌਣ ਲਈ ਜਾਂਦੀ ਸੀ, ਤਾਂ ਦੋਹਾਂ ਦੀਆਂ ਅੱਖਾਂ ਵਿੱਚੋਂ ਹੰਝੂ ਰੁਕਣ ਦਾ ਨਾਂ ਨਹੀਂ ਸੀ ਲੈਂਦੇ। ਨੰਦਨੀ ਤੇ ਵਿਸ਼ਾਲ ਦੋਵੇਂ ਇੱਕ ਦੂਜੇ ਨੂੰ ਜੱਫੀ ਪਾ ਕੇ ਰੋ ਲੈਂਦੇ ਸੀ ਤੇ ਦਿਨ ਇਵੇਂ ਹੀ ਬੀਤ ਗਏ।
ਇੱਕ ਦਿਨ ਅਚਾਨਕ ਵਿਸ਼ਾਲ ਦੀ ਤਬੀਅਤ ਖਰਾਬ ਹੋ ਗਈ ਤੇ ਘਰ ਦੇ ਸਾਰੇ ਲੋਕ ਉਸ ਨੂੰ ਡਾਕਟਰ ਕੋਲ ਲੈ ਕੇ ਜਾਣ ਲੱਗੇ। ਪਰ ਵਿਸ਼ਾਲ ਨੇ ਡਾਕਟਰ ਕੋਲ ਜਾਣ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਮੈਂ ਨਹੀਂ ਜਾਵਾਂਗਾ। ਉਸ ਨੇ ਕਿਹਾ, ਮੈਂ ਹੌਲੀ-ਹੌਲੀ ਆਪੇ ਠੀਕ ਹੋ ਜਾਵਾਂਗਾ। ਪਰ ਵਿਸ਼ਾਲ ਦੀ ਸਿਹਤ ਵਿੱਚ ਕੋਈ ਸੁਧਾਰ ਨਹੀਂ ਸੀ ਹੋਇਆ ਤੇ ਇੱਕ ਦਿਨ ਉਸ ਦੀ ਅਚਾਨਕ ਮੌਤ ਹੋ ਗਈ। ਵਿਸ਼ਾਲ ਦੀ ਮੌਤ ਤੋਂ ਬਾਅਦ ਘਰ ਵਿੱਚ ਹਫੜਾ ਦਫੜੀ ਮਚ ਗਈ। ਹਰ ਕੋਈ ਬਹੁਤ ਰੋ ਰਿਹਾ ਸੀ। ਨੰਦਨੀ ਦੀ ਸੱਸ ਵਿਸ਼ਾਲ ਦੀ ਮੌਤ ਲਈ ਨੰਦਨੀ ਨੂੰ ਜ਼ਿੰਮੇਵਾਰ ਠਹਿਰਾ ਰਹੀ ਸੀ। ਉਹ ਰੋਂਦੀ ਹੋਈ ਕਹਿ ਰਹੀ ਸੀ ਕਿ ਕੁਲਸ਼ਨੀ ਨੇ ਆਉਂਦਿਆਂ ਹੀ ਮੇਰੇ ਪੁੱਤਰ ਨੂੰ ਖਾ ਲਿਆ, ਪਰ ਹੋਣੀ ਨੂੰ ਕੋਈ ਨਹੀਂ ਟਾਲ ਸਕਦਾ ਸੀ। ਜੋ ਹੋਣਾ ਸੀ ਹੋ ਗਿਆ ਸੀ। ਕੋਈ ਕੌਣ ਬਚਾ ਸਕਦਾ ਸੀ? ਵਿਸ਼ਾਲ ਦੀ ਮੌਤ ਤੋਂ ਬਾਅਦ ਕੋਈ ਨਹੀਂ ਟਾਲ ਸਕਦਾ ਸੀ। ਜੋ ਹੋਣਾ ਸੀ ਹੋ ਗਿਆ ਸੀ। ਵਿਸ਼ਾਲ ਨੂੰ ਕੋਈ ਵੀ ਨਹੀਂ ਬਚਾ ਸਕਦਾ ਸੀ। ਵਿਸ਼ਾਲ ਦੀ ਮੌਤ ਤੋਂ ਬਾਅਦ ਨੰਦਨੀ ਬਹੁਤ ਇਕੱਲੀ ਹੋ ਗਈ ਸੀ ਅਤੇ ਉਸ ਨੂੰ ਆਪਣੇ ਸਹੁਰੇ ਘਰ ਵਿੱਚ ਹੀ ਰਹਿਣਾ ਪੈ ਗਿਆ ਸੀ, ਕਿਉਂਕਿ ਉਸ ਦੇ ਪਿਤਾ ਨੰਦਨੀ ਦੇ ਨਾਨਕੇ ਘਰ ਵਿੱਚ ਰਹਿੰਦੇ ਸਨ ਅਤੇ ਉਸ ਦੀ ਮਤਰੇਈ ਮਾਂ ਸੀ, ਜਿਸ ਕਾਰਨ ਉਹ ਆਪਣੇ ਨਾਨਕੇ ਘਰ ਜਾਣਾ ਉਸ ਨੂੰ ਠੀਕ ਨਹੀਂ ਸੀ ਲੱਗਿਆ। ਇਸ ਲਈ ਉਹ ਆਪਣੇ ਸਹੁਰੇ ਘਰ ਹੀ ਦਿਨ ਕੱਟਣ ਲੱਗੀ। ਨਾ ਚਾਹੁੰਦੇ ਹੋਏ ਵੀ ਸਹੁਰੇ ਘਰ ਉਸ ਨੂੰ ਰਹਿਣਾ ਪਿਆ। ਨੰਦਨੀ ਦੀ ਛੋਟੀ ਨਨਾਣ ਸਪਨਾ ਬਹੁਤ ਚੰਗੀ ਸੀ। ਉਹ ਨੰਦਨੀ ਨੂੰ ਬਹੁਤ ਪਿਆਰ ਕਰਦੀ ਸੀ। ਸਪਨਾ ਨੰਦਨੀ ਨੂੰ ਭਾਬੀ ਮਾਂ ਕਹਿ ਕੇ ਬੁਲਾਉਂਦੀ ਸੀ। ਵਿਸ਼ਾਲ ਦੀ ਮੌਤ ਦੇ ਕਰੀਬ 1 ਸਾਲ ਬਾਅਦ ਨੰਦਨੀ ਦੀ ਛੋਟੀ ਨਨਾਣ ਸਪਨਾ ਦਾ ਵਿਆਹ ਤੈਅ ਕਰ ਦਿੱਤਾ। ਸਪਨਾ ਮੰਗਣੀ ਤੋਂ ਬਾਅਦ ਆਪਣੀ ਭਰਜਾਈ ਨੰਦਨੀ ਨਾਲ ਆਪਣੇ ਮੰਗੇਤਰ ਸਮੀਰ ਨੂੰ ਮਿਲਣ ਲਈ ਜਾਂਦੀ ਸੀ। ਸਪਨਾ ਨੰਦਨੀ ਨੂੰ ਇੱਕ ਹੋਟਲ ਵਿੱਚ ਲੈ ਕੇ ਸਮੀਰ ਨੂੰ ਮਿਲਣ ਜਾਂਦੀ ਸੀ। ਸਮੀਰ ਦੇ ਨਾਲ ਇੱਕ ਪਾਰਕ ਵਿੱਚ ਉਹ ਮਿਲਦੇ। ਘਰ ਤੋਂ ਬਾਹਰ ਜਾਣ ਕਾਰਨ ਨੰਦਨੀ ਦਾ ਦਿਲ ਵੀ ਥੋੜਾ ਜਿਹਾ ਖੁਸ਼ੀ ਮਹਿਸੂਸ ਕਰਦਾ ਸੀ। ਪਰ ਇੱਕ ਦਿਨ ਜਦੋਂ ਸਪਨਾ ਸਮੀਰ ਨੂੰ ਮਿਲਣ ਗਈ ਅਤੇ ਜਦੋਂ ਹੋਟਲ ਵਿੱਚ ਵਾਪਸ ਆਈ ਤਾਂ ਉਸਨੇ ਦੇਖਿਆ ਕਿ ਉਸਦੀ ਭਰਜਾਈ ਨੰਦਨੀ ਬੇਹੋਸ਼ ਪਈ ਹੋਈ ਸੀ। ਕੁਝ ਲੋਕਾਂ ਨੇ ਉਸਦੇ ਮੂੰਹ ਤੇ ਪਾਣੀ ਦੇ ਛਿੱਟੇ ਮਾਰੇ। ਨੰਦਨੀ ਨੂੰ ਹੋਸ਼ ਆ ਗਈ, ਪਰ ਉਸਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਸੀ। ਸਪਨਾ ਨੇ ਆਟੋ ਰਿਕਸ਼ਾ ਬੁਲਾਇਆ ਅਤੇ ਨੰਦਨੀ ਨੂੰ ਹਸਪਤਾਲ ਲੈ ਕੇ ਗਈ। ਪਰ ਜੋ ਨੰਦਨੀ ਬਾਰੇ ਡਾਕਟਰ ਨੇ ਦੱਸਿਆ, ਉਹ ਗੱਲ ਸੁਣ ਕੇ ਸਪਨਾ ਦੇ ਹੋਸ਼ ਉੱਡ ਗਏ। ਨੰਦਨੀ ਗਰਭਵਤੀ ਹੋਣ ਕਾਰਨ ਬੇਹੋਸ਼ ਹੋਈ ਸੀ। ਸਪਨਾ ਨੇ ਰਾਸਤੇ 'ਚੋਂ ਨੰਦਨੀ ਨੂੰ ਪੁੱਛਿਆ ਕਿ ਭਾਬੀ, ਵੀਰੇ ਦੀ ਮੌਤ ਨੂੰ ਤਾਂ 1 ਸਾਲ ਹੋ ਚੁੱਕਾ ਹੈ, ਫਿਰ ਤੁਸੀਂ ਪ੍ਰੈਗਨੈਂਟ ਕਿਵੇਂ ਹੋਏ ਤੇ ਵੀਰੇ ਦੀ ਮੌਤ ਹੋ ਗਈ ਹੈ? ਸਪਨਾ ਦੇ ਇਸ ਸਵਾਲ ਨੇ ਨੰਦਨੀ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਅਤੇ ਉਹ ਫੁੱਟ-ਫੁੱਟ ਕੇ ਰੋਣ ਲੱਗ ਪਈ। ਸਪਨਾ ਨੇ ਨੰਦਨੀ ਨੂੰ ਕਿਹਾ, ਭਾਬੀ ਤੁਸੀਂ ਰੋ ਕਿਉਂ ਰਹੇ ਹੋ? ਮੈਨੂੰ ਕੁਝ ਦੱਸੋ ਵੀ, ਆਖਿਰ ਸੱਚਾਈ ਕੀ ਹੈ? ਇਹ ਬੱਚਾ ਤੁਹਾਡੀ ਕੁੱਖ ਵਿੱਚ ਕਿਵੇਂ ਆਇਆ? ਜੇਕਰ ਅੱਜ ਨਹੀਂ ਤਾਂ ਕੱਲ ਸਾਡੇ ਪਰਿਵਾਰ ਵਾਲੇ ਇਸ ਬੱਚੇ ਬਾਰੇ ਸਵਾਲ ਕਰਨਗੇ। ਨੰਦਨੀ ਸਪਨਾ ਦੀਆਂ ਗੱਲਾਂ ਦਾ ਕੋਈ ਜਵਾਬ ਨਹੀਂ ਦੇ ਰਹੀ ਸੀ। ਉਹ ਬਸ ਰੋ ਰਹੀ ਸੀ ਅਤੇ ਰੋਣ ਕਾਰਨ ਉਸ ਦੇ ਮੂੰਹ ਵਿੱਚੋਂ ਕੋਈ ਆਵਾਜ਼ ਨਹੀਂ ਸੀ ਨਿਕਲ ਰਹੀ। ਇਸ ਲਈ ਸਪਨਾ ਨੰਦਨੀ ਨੂੰ ਇੱਕ ਪਾਰਕ ਵਿੱਚ ਲੈ ਗਈ। ਪਾਰਕ ਵਿੱਚ ਬਹੁਤ ਸੁੰਨਸਾਨ ਸੀ, ਪਰ ਉੱਥੇ ਬਹੁਤ ਘੱਟ ਲੋਕ ਸਨ। ਸਪਨਾ ਨੇ ਨੰਦਨੀ ਨੂੰ ਕਿਹਾ, ਭਾਬੀ ਤੁਸੀਂ ਕੁਝ ਦੇਰ ਇੱਥੇ ਬੈਠੋ, ਮੈਂ ਤੁਹਾਡੇ ਲਈ ਪਾਣੀ ਲੈ ਕੇ ਆਉਣੀ ਆ। ਸਪਨਾ ਨੰਦਨੀ ਲਈ ਪਾਣੀ ਲੈ ਕੇ ਆਈ। ਇੱਕ ਵਾਰ ਫਿਰ ਆਪਣੀ ਭਾਬੀ ਨੂੰ ਪੁੱਛਿਆ, ਭਾਬੀ ਤੁਸੀਂ ਮੈਨੂੰ ਆਪਣਾ ਦੋਸਤ ਸਮਝਦੇ ਹੋ ਤਾਂ ਤੁਸੀਂ ਮੇਰੇ ਤੋਂ ਕਿਉਂ ਛੁਪਾ ਰਹੇ ਹੋ? ਮੈਨੂੰ ਦੱਸੋ ਕਿ ਇਹ ਕਿਸ ਦਾ ਬੱਚਾ ਹੈ। ਜੇ ਤੁਸੀਂ ਮੈਨੂੰ ਨਹੀਂ ਦੱਸਿਆ ਤਾਂ ਕਿਸ ਨੂੰ ਦੱਸੋਗੇ? ਸਪਨਾ ਨੂੰ ਕਈ ਵਾਰ ਪੁੱਛਣ ਤੋਂ ਬਾਅਦ ਨੰਦਨੀ ਨੇ ਸਪਨਾ ਨੂੰ ਕਿਹਾ, ਸਪਨਾ ਤੇਰੇ ਭਰਾ ਨੇ ਮੈਨੂੰ ਪਹਿਲੀ ਰਾਤ ਹੀ ਸਹੁੰ ਚੁਕਾਈ ਸੀ ਕਿ ਮੈਂ ਇਹ ਗੱਲ ਕਿਸੇ ਨੂੰ ਨਹੀਂ ਦੱਸਾਂਗੀ, ਪਰ ਅੱਜ ਕਿਸਮਤ ਨੇ ਮੈਨੂੰ ਇਸ ਮੋੜ ਤੇ ਲੈ ਆ ਕੇ ਖੜੀ ਕਰ ਦਿੱਤਾ ਹੈ ਕਿ ਨਾ ਚਾਹੁੰਦੇ ਹੋਏ ਵੀ ਤੈਨੂੰ ਇਹ ਸਭ ਦੱਸਣਾ ਪਵੇਗਾ। ਨੰਦਨੀ ਨੇ ਸਪਨਾ ਨੂੰ ਉਸ ਰਾਜ ਬਾਰੇ ਦੱਸਿਆ। ਜਦੋਂ ਮੈਂ ਤੇਰੇ ਭਰਾ ਦੀ ਦੁਲਹਨ ਬਣ ਕੇ ਆਪਣੇ ਸਹੁਰੇ ਘਰ ਆਈ ਸੀ ਤਾਂ ਮੈਂ ਪਹਿਲੀ ਰਾਤ ਜਾਣੀ ਕਿ ਆਪਣੀ ਸੁਹਾਗ ਰਾਤ ਨੂੰ ਲੈ ਕੇ ਬਹੁਤ ਖੁਸ਼ ਸੀ। ਜਿਸ ਤਰ੍ਹਾਂ ਹਰ ਕੁੜੀ ਆਪਣੀ ਪਹਿਲੀ ਰਾਤ ਨੂੰ ਲੈ ਕੇ ਖੁਸ਼ ਹੁੰਦੀ ਹੈ, ਉਵੇਂ ਮੈਂ ਵੀ ਸੀ। ਪਰ ਮੇਰੀ ਖੁਸ਼ੀ ਨੂੰ ਸ਼ਾਇਦ ਕਿਸੇ ਦੀ ਨਜ਼ਰ ਲੱਗ ਗਈ ਸੀ। ਜਦੋਂ ਤੇਰਾ ਭਰਾ ਕਮਰੇ ਵਿੱਚ ਆਇਆ ਅਤੇ ਉਸਨੇ ਆਉਂਦਿਆਂ ਹੀ ਮੇਰੇ ਕੋਲੋਂ ਵਾਅਦਾ ਲੈ ਲਿਆ ਕਿ ਮੈਂ ਇਹ ਗੱਲ ਕਿਸੇ ਨੂੰ ਨਹੀਂ ਦੱਸਾਂਗੀ, ਕਿਉਂਕਿ ਇਹ ਉਸਦੀ ਇੱਜ਼ਤ ਦਾ ਸਵਾਲ ਸੀ ਅਤੇ ਉਹ ਮੈਨੂੰ ਪਿਆਰ ਵੀ ਕਰਦੇ ਸੀ। ਮੈਂ ਵੀ ਉਹਨਾਂ ਨੂੰ ਬਹੁਤ ਪਿਆਰ ਕਰਦੀ ਸੀ।
ਇਸ ਕਰਕੇ ਮੈਂ ਵੀ ਨਹੀਂ ਸੀ ਚਾਹੁੰਦੀ ਕਿ ਮੇਰੇ ਪਤੀ ਦੀ ਬਦਨਾਮੀ ਹੋਵੇ। ਇਸ ਲਈ ਮੈਂ ਉਸ ਦੀ ਸਲਾਹ ਮੰਨ ਲਈ। ਸ਼ਾਇਦ ਵਿਆਹ ਤੋਂ ਕੁਝ ਦਿਨ ਪਹਿਲਾਂ ਉਸ ਦੀ ਤਬੀਅਤ ਵਿਗੜ ਗਈ ਅਤੇ ਉਹ ਡਾਕਟਰ ਕੋਲ ਗਏ ਤਾਂ ਡਾਕਟਰ ਨੇ ਉਸ ਦੇ ਕਈ ਟੈਸਟ ਕੀਤੇ ਅਤੇ HIV ਦੇ ਟੈਸਟ ਵੀ ਕਰਵਾਏ। ਪਰ ਵਿਆਹ ਤੋਂ ਇੱਕ ਦਿਨ ਪਹਿਲਾਂ ਏਡਜ਼ ਦੀ ਰਿਪੋਰਟ ਡਾਕਟਰ ਕੋਲ ਆ ਗਈ ਸੀ। ਪਰ ਉਹਨਾਂ ਨੇ ਵਿਆਹ ਵਾਲੇ ਦਿਨ ਹੀ ਰਿਪੋਰਟ ਬਾਰੇ ਦੱਸਿਆ। ਰਿਪੋਰਟ ਆਈ ਹੈ। ਉਸਨੇ ਇਹ ਸਾਰੀਆਂ ਗੱਲਾਂ ਆਪਣੇ ਜਿਗਰੀ ਦੋਸਤ ਕਾਰਤਿਕ ਨੂੰ ਦੱਸੀਆਂ ਤੇ ਨਾਲ ਹੀ ਕਿਹਾ ਕਿ ਮੇਰੇ ਮਰਨ ਤੋਂ ਬਾਅਦ ਤੂੰ ਮੇਰੇ ਘਰ ਵਾਲਿਆਂ ਨਾਲ ਗੱਲ ਕਰਕੇ ਨੰਦਨੀ ਨਾਲ ਵਿਆਹ ਕਰ ਲਵੀਂ। ਕਾਰਤਿਕ ਨੇ ਨੰਦਨੀ ਨਾਲ ਵਿਆਹ ਕਰਨ ਤੋਂ ਪਹਿਲਾਂ ਤਾਂ ਇਨਕਾਰ ਕਰ ਦਿੱਤਾ ਕਿ ਮੈਂ ਇਸ ਤਰ੍ਹਾਂ ਨਹੀਂ ਕਰ ਸਕਦਾ। ਪਰ ਜਦੋਂ ਵਿਸ਼ਾਲ ਨੇ ਆਪਣੀ ਮੌਤ ਬਾਰੇ ਸਪਸ਼ਟ ਦੱਸ ਦਿੱਤਾ ਸੀ, ਫਿਰ ਉਸਨੇ ਉਸ ਨਾਲ ਵਿਆਹ ਕਰਨ ਲਈ ਮੰਨ ਗਿਆ। ਉਸ ਦੀ ਗੱਲ ਸੁਣ ਕੇ ਮੇਰੇ ਨਾਲ ਵਿਆਹ ਕਰਨ ਲਈ ਉਹ ਰਾਜੀ ਹੋ ਗਿਆ। ਮਾਂ ਨਾਲ ਮੇਰੇ ਵਿਆਹ ਦੀ ਗੱਲ ਵੀ ਕੀਤੀ, ਪਰ ਮਾਂ ਵਿਆਹ ਲਈ ਰਾਜੀ ਨਾ ਹੋਈ। ਤੇਰਾ ਭਰਾ ਹਰ ਰਾਤ ਮੈਨੂੰ ਕਾਰਤਿਕ ਨਾਲ ਗੱਲਾਂ ਕਰਨ ਲਈ ਮਜਬੂਰ ਕਰਦਾ ਸੀ। ਹੁਣ ਉਹ ਬਸ ਆਪਣੀ ਮੌਤ ਦਾ ਇੰਤਜ਼ਾਰ ਕਰ ਰਿਹਾ ਸੀ, ਕਿਉਂਕਿ ਜੇ ਉਹ ਜਿਉਂਦੇ ਜੀ ਮੇਰਾ ਵਿਆਹ ਕਾਰਤਿਕ ਨਾਲ ਕਰਵਾ ਦਿੰਦਾ ਤਾਂ ਲੋਕ ਉਸ ਨੂੰ ਹਜ਼ਾਰਾਂ ਸਵਾਲ ਪੁੱਛਣ ਲੱਗ ਪੈਂਦੇ। ਮੈਂ ਤੇਰੇ ਪਿਆਰ ਕਰਦੀ ਸੀ, ਪਰ ਤੇਰੇ ਭਰਾ ਨੇ ਮੇਰੇ ਤੋਂ ਵਾਅਦਾ ਲਿਆ ਸੀ ਕਿ ਮੈਂ ਉਸ ਦਾ ਕਹਿਣਾ ਮੰਨਾਂਗੀ ਅਤੇ ਕਾਰਤਿਕ ਨਾਲ ਵਿਆਹ ਕਰਾਵਾਂਗੀ। ਇਸ ਲਈ ਮੈਂ ਉਸ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ ਅਤੇ ਜਦੋਂ ਤੇਰੇ ਭਰਾ ਦੀ ਮੌਤ ਹੋਈ ਸੀ ਤਾਂ ਮੈਂ ਬਹੁਤ ਇਕੱਲਾ ਮਹਿਸੂਸ ਕਰ ਰਹੀ ਸੀ। ਉਹਨਾਂ ਦਿਨਾਂ ਵਿੱਚ ਕਾਰਤਿਕ ਮੈਨੂੰ ਫੋਨ ਕਰਦਾ ਸੀ ਅਤੇ ਮੇਰੇ ਨਾਲ ਬਹੁਤ ਗੱਲਾਂ ਕਰਦਾ ਸੀ। ਕਾਰਤਿਕ ਬਹੁਤ ਚੰਗਾ ਇਨਸਾਨ ਹੈ। ਉਸ ਤੋਂ ਬਾਅਦ ਅਸੀਂ ਦੋਵਾਂ ਨੇ ਮਿਲਣ ਦਾ ਪਲਾਨ ਬਣਾਇਆ, ਪਰ ਮੈਂ ਇਕੱਲੀ ਬਾਹਰ ਨਹੀਂ ਸੀ ਜਾ ਸਕਦੀ। ਇਸ ਲਈ ਜਦੋਂ ਤੁਸੀਂ ਮੇਰੇ ਨਾਲ ਸਮੀਰ ਨੂੰ ਮਿਲਣ ਆਉਂਦੇ ਤਾਂ ਮੈਂ ਕਾਰਤਿਕ ਨੂੰ ਬੁਲਾ ਲੈਂਦੀ ਸੀ। ਹੁਣ ਅਸੀਂ ਦੋਵੇਂ ਇੱਕ ਦੂਜੇ ਦੇ ਨੇੜੇ ਆਉਣ ਲੱਗ ਪਏ, ਪਰ ਮੈਂ ਕਾਰਤਿਕ ਨੂੰ ਕਿਹਾ, ਨਹੀਂ ਕਾਰਤਿਕ, ਜਦੋਂ ਤੱਕ ਅਸੀਂ ਦੋਵੇਂ ਵਿਆਹ ਨਹੀਂ ਕਰ ਲੈਂਦੇ ਅਸੀਂ ਇਕੱਠੇ ਨਹੀਂ ਹੋ ਸਕਦੇ। ਮੰਮੀ ਮੇਰੇ ਨਾਲ ਵਿਆਹ ਕਰਨ ਲਈ ਤਿਆਰ ਨਹੀਂ ਸੀ ਅਤੇ ਉਸਦੇ ਮਾਪਿਆਂ ਦਾ ਵੀ ਕੋਈ ਇਰਾਦਾ ਨਹੀਂ ਸੀ। ਇਸ ਲਈ ਇੱਕ ਦਿਨ ਮੈਂ ਅਤੇ ਕਾਰਤਿਕ ਮੰਦਿਰ ਗਏ ਅਤੇ ਵਿਆਹ ਕਰਵਾ ਲਿਆ। ਆਪਣੀ ਭਾਬੀ ਨੰਦਨੀ ਦੀ ਗੱਲ ਸੁਣ ਕੇ ਸਪਨਾ ਦੀਆਂ ਅੱਖਾਂ ਵਿੱਚੋਂ ਹੰਝੂ ਆ ਗਏ। ਸਪਨਾ ਨੇ ਨੰਦਨੀ ਨੂੰ ਕਿਹਾ ਕਿ ਵੀਰਾ ਤੈਨੂੰ ਬਹੁਤ ਪਿਆਰ ਕਰਦਾ ਸੀ, ਪਰ ਕਿਸਮਤ ਨੇ ਉਹਨੂੰ ਤੇਰੇ ਕੋਲੋਂ ਖੋਹ ਲਿਆ ਸੀ। ਕੀ ਹੋਇਆ ਸੀ? ਉਹਨਾਂ ਨੂੰ ਨਾਮ ਮੁਰਾਦ ਬਿਮਾਰੀ ਉਹ ਕਿਵੇਂ ਲੱਗੀ? ਤੁਹਾਨੂੰ ਭਰਾ ਨੇ ਇਹ ਨਹੀਂ ਦੱਸਿਆ? ਨੰਦਨੀ ਨੇ ਕਿਹਾ, ਸਪਨਾ, ਜੇ ਤੇਰੇ ਭਰਾ ਨੂੰ ਪਤਾ ਹੁੰਦਾ ਤਾਂ ਹੀ ਦੱਸਦਾ। ਉਸ ਨੂੰ ਇਹ ਬਿਮਾਰੀ ਕਿਵੇਂ ਲੱਗੀ? ਉਸ ਨੂੰ ਖੁਦ ਨਹੀਂ ਸੀ ਪਤਾ। ਉਹ ਗਲਤ ਨਹੀਂ ਸਨ, ਪਰ ਲੋਕਾਂ ਨੂੰ ਲੱਗੇਗਾ ਕਿ ਉਹਨਾਂ ਨੂੰ ਗਲਤ ਬਿਮਾਰੀ ਹੈ। ਸਪਨਾ ਨੇ ਨੰਦਨੀ ਦਾ ਹੱਥ ਫੜ ਕੇ ਕਿਹਾ, ਭਾਬੀ, ਜਿਸ ਤਰ੍ਹਾਂ ਤੁਸੀਂ ਮੇਰੇ ਭਰਾ ਦੀ ਬਿਮਾਰੀ ਬਾਰੇ ਕਿਸੇ ਨੂੰ ਨਾ ਦੱਸ ਕੇ ਮੇਰੇ ਪਰਿਵਾਰ ਦੀ ਇੱਜ਼ਤ ਬਚਾਈ ਸੀ, ਮੈਂ ਵੀ ਤੁਹਾਡੇ ਨਾਲ ਇੱਕ ਵਾਅਦਾ ਕਰਦੀ ਹਾਂ। ਭਾਵੇਂ ਤੁਹਾਡਾ ਤੇ ਕਾਰਤਿਕ ਭਰਾ ਦਾ ਵਿਆਹ ਹੋਇਆ ਹੈ, ਪਰ ਸਮਾਜ ਦੀਆਂ ਨਜ਼ਰਾਂ 'ਚ ਤੁਸੀਂ ਦੋਵੇਂ ਵਿਆਹੇ ਨਹੀਂ ਹੋ। ਇਸ ਲਈ ਮੈਂ ਆਪਣੇ ਵਿਆਹ ਤੋਂ ਪਹਿਲਾਂ ਕਾਰਤਿਕ ਵੀਰੇ ਨਾਲ ਵਿਆਹ ਕਰਵਾ ਦੇਵਾਂਗੀ। ਸਪਨਾ ਜਦੋਂ ਘਰ ਆਈ ਤਾਂ ਉਹ ਬਹੁਤ ਉਦਾਸ ਸੀ ਅਤੇ ਆਪਣੀ ਮਾਂ ਨੂੰ ਕਿਹਾ ਕਿ ਮੈਂ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਹੈ। ਤੇ ਫਿਰ ਨੰਦਨੀ, ਭਾਬੀ ਅਤੇ ਕਾਰਤਿਕ ਦੇ ਵਿਆਹ ਬਾਰੇ ਗੱਲ ਕਰੀ ਤਾਂ ਸਪਨਾ ਦੀ ਇਹ ਗੱਲ ਸੁਣ ਕੇ ਉਸਦੀ ਮਾਂ ਗੁੱਸੇ ਵਿੱਚ ਲਾਲ ਪੀਲੀ ਹੋ ਗਈ ਤੇ ਉਹ ਕਹਿਣ ਲੱਗੀ, ਜੇਕਰ ਨੰਦਨੀ ਦਾ ਵਿਆਹ ਹੋ ਜਾਵੇਗਾ ਤਾਂ ਮੈਨੂੰ ਕੌਣ ਸੰਭਾਲੇਗਾ? ਸਪਨਾ ਨੇ ਆਪਣੀ ਮਾਂ ਨੂੰ ਸਮਝਾਉਂਦੇ ਹੋਏ ਕਿਹਾ, ਮਾਂ, ਤੁਸੀਂ ਆਪਣੇ ਸਵਾਰਥ ਲਈ ਭਰਜਾਈ ਦੀ ਜ਼ਿੰਦਗੀ ਕਿਉਂ ਬਰਬਾਦ ਕਰਨਾ ਚਾਹੁੰਦੇ ਹੋ? ਹੁਣ ਤੁਹਾਡੇ ਅੰਦਰ ਇੰਨੀ ਤਾਕਤ ਹੈ ਕਿ ਤੁਸੀਂ ਆਪਣਾ ਕੰਮ ਆਪ ਖੁਦ ਕਰ ਸਕਦੇ ਹੋ। ਬੁਢਾਪੇ ਵਿੱਚ ਅਸੀਂ ਤੇਰਾ ਖਿਆਲ ਰੱਖਾਂਗੇ। ਜੇ ਤੁਸੀਂ ਭਾਬੀ ਦਾ ਵਿਆਹ ਕਾਰਤਿਕ ਨਾਲ ਨਾ ਕਰਵਾਇਆ ਤਾਂ ਮੈਂ ਵੀ ਆਪਣਾ ਵਿਆਹ ਨਹੀਂ ਕਰਵਾਵਾਂਗੀ। ਰੱਬ ਹਰ ਭਰਜਾਈ ਨੂੰ ਸਪਨਾ ਵਰਗੀ ਨਨਾਣ ਦੇਵੇ। ਸਪਨਾ ਨੇ ਆਪਣੀ ਮਾਂ ਨੂੰ ਇੰਨਾ ਧਮਕਾਇਆ ਕਿ ਉਹ ਨੰਦਨੀ ਦਾ ਵਿਆਹ ਕਾਰਤਿਕ ਨਾਲ ਕਰਨ ਲਈ ਰਾਜੀ ਹੋ ਗਈ। ਅਗਲੇ ਦਿਨਾਂ ਵਿੱਚ ਨੰਦਨੀ ਅਤੇ ਕਾਰਤਿਕ ਦਾ ਵਿਆਹ ਹੋ ਗਿਆ। ਨੰਦਨੀ ਕਾਰਤਿਕ ਦੇ ਘਰ ਚਲੀ ਗਈ। ਨੰਦਨੀ ਅਤੇ ਕਾਰਤਿਕ ਦੋਵੇਂ ਖੁਸ਼ੀ-ਖੁਸ਼ੀ ਜ਼ਿੰਦਗੀ ਜਿਉਣ ਲੱਗੇ ਤੇ ਫਿਰ ਨੰਦਨੀ ਨਾਲ ਸਪਨਾ ਦਾ ਆਪਣੀ ਭੈਣ ਵਾਂਗ ਰਿਸ਼ਤਾ ਰੱਖਿਆ ਅਤੇ ਨੰਦਨੀ ਅਤੇ ਸਪਨਾ ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਵੀ ਸ਼ਰੀਕ ਹੋਣ ਲੱਗੀਆਂ ਅਤੇ ਉਹ ਹਰ ਤਿਉਹਾਰ ਤੇ ਵੀ ਉਸਦੇ ਘਰ ਜਾਂਦੀ ਅਤੇ ਸਪਨਾ ਨੂੰ ਕਾਫੀ ਤੋਹਫੇ ਦੇ ਕੇ ਆਉਂਦੀ ਸੀ।
ਹਾਂਜੀ ਦੋਸਤੋ, ਤੁਹਾਡੀ ਕੀ ਰਾਏ ਹੈ ਅੱਜ ਦੀ ਇਸ ਕਹਾਣੀ ਬਾਰੇ? ਜੇਕਰ ਤੁਹਾਨੂੰ ਸਾਡੀਆਂ ਕਹਾਣੀਆਂ ਵਧੀਆ ਲੱਗਦੀਆਂ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਆ ਕਰੋ। ਮਿਲਾਂਗੇ ਜੀ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ। ਤਦ ਤੱਕ ਲਈ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।